ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏ ਸਰੀਰਾ ਮੇਰਿਆ ਇਸ ਜਗ ਮਹਿ ਆਇ ਕੈ, ਕਿਆ ਤੁਧ ਕਰਮ ਕਮਾਇਆ। ਕੀ ਕਰਮ ਕਮਾਇਆ ਤੁਧ ਸਰੀਰਾ, या तू जग मही आया। जिन हर तेरा रचन रचया, सो हर मन न वसाया। गुर प्रसादी हर मन वसया, पूरब लिखिया पाया। कह नानक एहो शरीर परवान होआ, जिन सतगुर स्यों चित लाया। परम सत्कारयोग सतगुरां दी साजी नींबाजी। गुरु प्यारी गुरु सवारी गुरु दा खास रूप सत्संग जीओ आप सरबत सिख संगत दा बहुत बहुत धन्यवाद किया जाता है जी। जी आनू आख्या जाता है। सो आओ गुरु प्यारिओ, रल मिल के श्रोमणी भगत बाबा रविदास साहिब जी उन्हां दे जीवन दे नाल संबंध विचार साझे करिए। उन्हां दे पवित्र मुखारबिंद तो उचारण की हुई बाणी दे नाल सांझ पाइए। श्रोमणी भगत बाबा रविदास साहिब जी भगती दे कारण भावें महान पुरष बन गए, फिर भी वो अपने जन्म ते जात नूं नहीं सन भुलदे। भगत रविदास साहिब जी सदा ये अनुभव करते कि उन्हां दा जन्म उस घराणे जां समाज विच होया जिसनों उस वेले उच्च जाति नीच जाति समझदी सी। भगत रविदास साहिब सदा अपने मालक परमेश्वर दे नाल लिव जोड़ के अरदासां करते रहंदे सन कि हे वाहिगुरू, कि हे वाहिगुरू मेरी जात नीवीं है ते नीचां दे नाल मेरा मेल रहता है। क्यों भगत जी अपने मन के विचार एक शब्द दे राही प्रगट करते हैं। इसी तरह एक दिन कुछ सतसंगियां ने वचन किया भगत रविदास साहिब जी दे नाल कि महाराज इस जगत विच हर एक जीव नूं बेसे बेकार काबू पाई रखते हैं, पर उन्हां तो बचन दा उपाय कुछ नहीं सुझदा भी इन्हां बेकारां तो माड़े कर्मां तो बचिया किवें जा सके। ते महाराज जी सानू कोई उपाय दसो, इसदा की उपाय होना चाहिदा कि मनुख विसे बेकारां तो बच जावे।
ਤੇ ਇਸ ਪਰਥਾਏ ਭਗਤ ਰਵਿਦਾਸ ਸਾਹਿਬ ਜੀ ਨੇ ਆਪਣੇ ਆਤਮਿਕ ਅਨੁਭਵੀ ਪ੍ਰਕਾਸ਼ ਦੇ ਨਾਲ ਉਸ ਸਮੇਂ ਬਚਨ ਕੀਤਾ ਸਾਧ ਸੰਗਤ ਜੀ ਕਿ ਭਾਈ जगत ऐसे ही जैसे कि एक सप्पड़ हुंदा है ना, ਜਾਂ ਖੂਹ ਦੇ ਵਿੱਚ ਰਹਿਣ ਵਾਲਾ ਡੱਡੂ ਜੋ ਹਰ ਰੋਜ਼ ਜੀਵ ਤੋਂ ਸਿਰਫ ਗਾਰਾ ਜਾਂ ਮਾੜੇ ਅਸਰ ਵਾਲੀਆਂ ਚੀਜ਼ਾਂ ਖਾ ਕੇ ਜੀਵਨ ਬਤੀਤ ਕਰਦਾ ਹੈ, ਤੇ ਉਸੇ ਸੱਪੜ ਜਾਂ ਸਰੋਵਰ ਵਿੱਚ ਹੀ ਉੱਗੇ ਕੌਲ ਫੁੱਲ ਤੱਕ ਨਹੀਂ ਪਹੁੰਚਦਾ, ਜਾਂ ਉਸ ਨੂੰ ਉਸ ਸਾਗਰ ਦਾ ਗਿਆਨ ਨਹੀਂ ਜਿਸ ਸਾਗਰ ਦੇ ਵਿੱਚ ਮੋਤੀ ਹੁੰਦੇ ਨੇ। ਜਿਸ ਤਰ੍ਹਾਂ ਜਿਹੜੇ ਇਸਤਰੀ ਪੁਰਸ਼ ਘੱਟ ਗਿਆਨ ਦੇ ਕਾਰਨ ਉਸ ਪਰਮੇਸ਼ਰ ਨੂੰ ਨਹੀਂ ਸਮਝਦੇ, ਭਗਤ ਰਵਿਦਾਸ ਸਾਹਿਬ ਜੀ ਦੇ ਬਚਨ ਨੇ ਕਿ ਕੂਪ ਭਰਿਓ ਜੈਸੇ ਦਾਦਰ, ਕਸ ਦੇਸ ਵਿਦੇਸ ਨਾ ਬੂਝ, ਐਸੇ ਮੇਰਾ ਮਨ ਵਿਖਿਆ ਬੇਮੋਹਿਆ, ਕਸ ਆਰਾ ਪਾਰ ਨਾ ਸੂਝ। ਸਗਲ ਭਵਨ ਕੀ ਨਾਇਕਾ ਇੱਕ ਸਿਨ ਦਰਸ ਦਿਖਾਏ ਜੀ, ਮਲਨ ਭਾਈ ਮਤ ਮਾਧਵਾ ਤੇਰੀ ਗਤ ਲਖੀ ਨ ਜਾਏ, ਕਰੋ ਕਿਰਪਾ ਭ੍ਰਮ ਚੁਕੇ ਮੈਂ ਸੁਮਤ ਦੇਹੁ ਸਮਝਾਏ। ਭਗਤ ਰਵਿਦਾਸ ਸਾਹਿਬ ਜੀ ਉਹਨਾਂ ਸ਼ਰਧਾਲੂਆਂ ਦੇ ਜਵਾਬ ਦਾ ਸਵਾਲ ਦਾ ਜਵਾਬ ਦੇ ਰਹੇ ਨੇ, ਇਹ ਵਚਨ ਉਚਾਰਨ ਕੀਤੇ ਤੇ ਇਹਨਾਂ ਵਚਨਾਂ ਦਾ ਭਾਵ ਸੀ ਸਾਧ ਸੰਗਤ ਜੀ, ਭਗਤ ਜੀ ਕਹਿੰਦੇ ਜੇਕਰ ਪਾਣੀ ਦੇ ਨਾਲ ਭਰੇ ਹੋਏ ਖੂਹ ਦੇ ਵਿੱਚ ਡੱਡੂ ਹੁੰਦਾ ਹੈ ਨਾ, ਅਤੇ ਉਸ ਨੂੰ ਕੁਝ ਦੇਸ ਵਿਦੇਸ ਨਹੀਂ ਸੁਝਦਾ, ਉਧਰ ਵਿਸਿਆਂ ਨੇ ਮੇਰੇ ਮਨ ਨੂੰ ਮੋਹਿਤ ਕਰਿਆ ਹੋ ਰਿਹਾ, ਕੁਝ ਉਰਲੇ ਪਰਲੇ ਬੰਨੇ ਲੋਕ ਪਰਲੋਕ ਦਾ ਨਹੀਂ, ਕੋਈ ਅਕਲ ਨਹੀਂ, ਭਾਵ ਡੱਡੂ ਰੂਪ ਜੀਵਾਂ ਦੀ ਦੁਨੀਆ ਦੇ ਪਦਾਰਥਾਂ ਨੇ ਮਤ ਮਾਰ ਛੱਡੀ ਹੈ, ਅਤੇ ਤੇਰਾ ਕੁਝ ਪਤਾ ਨਹੀਂ ਲੱਗਦਾ। ਇਹ ਸਾਰੀਆਂ ਭਾਵਨਾ ਦੇ ਮਾਲਕ ਵਾਹਿਗੁਰੂ ਜੀ ਇੱਕ ਸਨ ਮੈਨੂੰ ਆਪਣਾ ਦਰਸ਼ ਦਿਖਾ ਦਿਓ। ਹੇ ਮਾਧਵਾ ਵਾਹਿਗੁਰੂ, ਮੇਰੀ ਮਤ ਮੈਲੀ ਹੋ ਗਈ ਹੈ, ਇਸ ਲਈ ਤੇਰੀ ਗਤੀ ਮਰਿਆਦਾ ਨੂੰ ਜੀ ਨਹੀਂ ਜਾਂਦੀ। ਭਗਤ ਜੀ ਕਹਿੰਦੇ ਕਿਰਪਾ ਕਰੋ ਜਿਸ ਕਰਕੇ ਭਰਮ ਦੂਰ ਹੋ ਜਾਵੇ ਤੇ ਮੈਨੂੰ ਅਸੀਂ ਅਕਲ ਦਿਓ, ਜਿਸ ਕਰਕੇ ਮੈਨੂੰ ਇਸ ਦੀ ਸਮਝ ਆ ਜਾਵੇ। ਤੇਰੇ ਗੁਣ ਲਿਖਣ ਤੋਂ ਬੇਅੰਤ ਨੇ, ਜੋਗੀ ਸਰ ਵੀ ਅੰਤ ਨਹੀਂ ਪਾ ਸਕਦੇ। ਤੇ ਪ੍ਰੇਮਾ ਭਗਤੀ ਦੇ ਵਾਸਤੇ ਰਵਿਦਾਸ ਕਹਿੰਦਾ ਹੈ ਤੇ ਸਤਜੁਗ ਵਿੱਚ ਸੱਚ ਬੋਲਦੇ ਸਨ, ਤ੍ਰੇਤਾ ਯੁੱਗਾਂ ਦੇ ਵਿੱਚ ਲੱਗਿਆ ਹੋਇਆ ਤੇ ਦੁਆਪਰ ਦੇ ਵਿੱਚ ਪੂਜਾ ਦਾ ਕਰਤੱਵ ਪ੍ਰਧਾਨ ਮੰਨਿਆ ਹੋਇਆ ਸੀ। ਤਿੰਨੇ ਯੁੱਗ ਤਿੰਨਾਂ ਕੰਮਾਂ ਦੇ ਵਿੱਚ ਪੱਕੇ ਹੋਏ ਨੇ, ਪਰ ਕਲਯੁੱਗ ਦੇ ਵਿੱਚ ਕੇਵਲ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਹੈ। ਇਸ ਸੰਸਾਰ ਸਮੁੰਦਰ ਨੂੰ ਕਿਵੇਂ ਪਾਰ ਹੋਣ ਕਰ ਪਾਈਏ, ਇਹ ਗੱਲ ਮੈਨੂੰ ਕੋਈ ਸਮਝਾ ਕੇ ਕਹਿੰਦਾ ਹੈ, ਜਿਸ ਕਰਕੇ ਆਉਣ ਜਾਣ ਦੂਰ ਹੋ ਜਾਵੇ।
ਭਗਤ ਜੀ ਕਹਿੰਦੇ ਬਹੁਤ ਤਰ੍ਹਾਂ ਦਾ ਧਰਮ ਸ਼ਾਸਤਰਕਾਰਾਂ ਨੇ ਨਿਰੂਪਣ ਕੀਤਾ ਹੈ ਤੇ ਸਾਰਾ ਕਰਦਾ ਹੋਇਆ ਦਿਸਦਾ ਹੈ। ਬਹੁਤ ਤਰ੍ਹਾਂ ਧਰਮ ਕਰਮ ਜਿਹੜੇ ਕਥਨ ਕੀਤੇ ਹੋਏ ਨੇ ਉਹਨਾਂ ਦੇ ਕਰਤਾ ਲੋਕ ਵੀ ਦੱਸਦੇ ਨੇ, ਪਰ ਕਿਹੜਾ ਕਰਮ ਦੇ ਨਾਲ ਸੰਸਾਰ ਤੋਂ ਛੁੱਟੀਏ, ਜਿਸ ਦੇ ਸਾਧਨ ਦੇ ਨਾਲ ਸਭ ਸਿੱਧੀਆਂ ਰਿੱਧੀਆਂ ਪ੍ਰਾਪਤ ਹੋ ਜਾਣ। ਚੰਗੇ ਮੰਦੇ ਕਰਮਾਂ ਨੂੰ ਜੇ ਵਿਚਾਰੀਏ ਤਾਂ ਵੇਦਾਂ ਪੁਰਾਣਾਂ ਨੂੰ ਸ਼ੰਕਾ ਹੁੰਦਾ ਹੈ। ਭਾਵ ਜਿਹੜਾ ਸ਼ਾਸਤਰ ਇੱਕ ਕਰਮ ਨੂੰ ਮੰਨਣ ਕਰਦਾ ਹੈ, ਦੂਜਾ ਉਸ ਨੂੰ ਖੰਡਨ ਕਰਦਾ ਹੈ, ਇਹ ਸੰਸਾ ਸਦਾ ਹੀ ਹਿਰਦੇ ਦੇ ਵਿੱਚ ਵਸਦਾ ਹੈ। ਸਾਡੇ ਮਨ ਨੂੰ ਹੰਕਾਰ ਨੂੰ ਕੌਣ ਦੂਰ ਕਰੇ? ਭਗਤ ਰਵਿਦਾਸ ਕਹਿੰਦੇ ਸਰੀਰ ਨੂੰ ਬਾਹਰੋਂ ਤਾਂ ਪਾਣੀ ਦੇ ਨਾਲ ਧੋ ਲਿਆ, ਪਰ ਹਿਰਦੇ ਦੇ ਅੰਦਰ ਕਈ ਤਰ੍ਹਾਂ ਦੇ ਮਾੜੇ ਵਿਚਾਰ ਨੇ। ਉਹ ਸਰੀਰ ਸੁੱਚਾ ਕਿਸ ਪ੍ਰਕਾਰ ਹੋਵੇਗਾ ਜਿਸ ਦੀ ਹਾਥੀ ਦੇ ਵਿਵਹਾਰ ਵਰਗੀ ਰੀਤੀ ਹੈ। ਜਿੰਨਾ ਕੁ ਜੀਵ ਦੇ ਸੁੱਚਾ ਹੋਣ ਦਾ ਵਿਵਹਾਰ ਹੈ ਤੇ ਸਭ ਹਾਥੀ ਦੀ ਤਰ੍ਹਾਂ ਹੈ। ਫਿਰ ਸੁੱਧ ਕਿਸ ਤਰ੍ਹਾਂ ਹੋਈਏ? ਭਗਤ ਰਵਿਦਾਸ ਜੀ ਕਹਿੰਦੇ ਜੇਕਰ ਸੂਰਜ ਦੇ ਚੜ੍ਹਨ ਦੇ ਨਾਲ ਰਾਤ ਨਾਸ ਹੁੰਦੀ ਹੈ, ਇਸ ਗੱਲ ਨੂੰ ਸੰਸਾਰ ਜਾਣਦਾ ਹੈ। ਜੇ ਗੁਰਾਂ ਦੇ ਗਿਆਨ ਕਰਕੇ ਹਿਰਦੇ ਤੇ ਅਵਿਦਿਆ ਦੂਰ ਹੁੰਦੀ ਹੈ, ਮੰਨ ਲਓ ਪਾਰਸ ਦੇ ਨਾਲ ਤਾਂਬਾ ਸੌਂਦਾ ਹੋਇਆ ਸੋਨਾ ਹੁੰਦਾ ਦੇਰ ਨਹੀਂ ਕਰਦਾ। ਪਰਮ ਪਾਰਸ ਗੁਰੂ ਨੂੰ ਮਿਲ ਕੇ ਜੀਵ ਪਾਰਸ ਹੋ ਜਾਂਦਾ ਹੈ, ਗੁਣਾਂ ਦਾ ਧਾਰਨੀ ਬਣ ਜਾਂਦਾ ਹੈ। ਇਹੀ ਪਾਰਸ ਦੇ ਨਾਲੋਂ ਗੁਰਾਂ ਦੇ ਵਿੱਚ ਵਾਧਾ ਹੁੰਦਾ ਹੈ। ਇਸ ਲਈ ਪਰਮ ਪਾਰਸ ਕਿਹਾ ਹੈ ਗੁਰੂ ਨੂੰ। ਪਰ ਜਿਸ ਦੇ ਮੱਥੇ ਤੇ ਲੇਖ ਪਿਛਲੇ ਲਿਖੇ ਹੋਣ, ਜਿਨ੍ਹਾਂ ਨੇ ਸੰਸਾਰ ਵੱਲੋਂ ਮਨ ਨੂੰ ਉਲਟਾਇਆ ਹੈ, ਉਹ ਮਨ ਦੇ ਵਿੱਚ ਹੀ ਵਾਹਿਗੁਰੂ ਨੂੰ ਮਿਲਦੇ ਨੇ ਤੇ ਪੱਥਰ ਵਰ ਜੜਤਾ ਦੇ ਤਖਤੇ ਉਹਨਾਂ ਦੇ ਖੁੱਲ ਗਏ ਨੇ। ਭਾਵ ਉਹਨਾਂ ਦੇ ਸਾਰੇ ਭਰਮ ਭੁਲੇਖੇ ਦੂਰ ਹੋ ਗਏ ਨੇ। ਜਿਨ੍ਹਾਂ ਭਗਤੀ ਦੀ ਜੁਗਤੀ ਮਤ ਦੇ ਵਿੱਚ ਨਿਸ਼ਚੈ ਕੀਤੀ ਹੈ, ਉਹਨਾਂ ਦੇ ਭਰਮ ਬੰਧਨ ਬੇਕਾਰ ਕੱਟੇ ਗਏ ਨੇ। ਜਿਨ੍ਹਾਂ ਰਸਾਂ ਵੱਲੋਂ ਮਨ ਨੂੰ ਬਸ ਕੀਤਾ ਹੈ, ਸੋਈ ਵਾਹਿਗੁਰੂ ਨੂੰ ਮਿਲੇ ਹੋਏ ਨੇ। ਤੇ ਜਿਨ੍ਹਾਂ ਦਾ ਮਨ ਰਸ ਪ੍ਰੇਮ ਦੇ ਵਿੱਚ ਵਸਿਆ ਹੈ, ਸਰਗੁਣ ਨਿਰਗੁਣ ਵਾਹਿਗੁਰੂ ਦਾ ਇੱਕ ਵਿਹਾਰ ਕਰਦੇ ਨੇ। ਤੇ ਭਗਤ ਜੀ ਕਹਿੰਦੇ ਅਨੇਕਾਂ ਯਤਨ ਇਕੱਠੇ ਕੀਤੇ, ਪਰ ਫਿਰ ਵੀ ਭਰਮ ਰੂਪੀ ਫਾਹੀ ਹਟਾਈ ਨਹੀਂ ਹੋਈ ਤੇ ਪ੍ਰੇਮਾ ਭਗਤੀ ਨਹੀਂ ਉਪਜਦੀ। ਇਸ ਦੇ ਵਾਸਤੇ ਭਗਤ ਰਵਿਦਾਸ ਸਾਹਿਬ ਜੀ ਬਖਸ਼ ਕਰਦੇ ਨੇ ਕਿ ਮ੍ਰਿਗ ਮੀਨ ਪ੍ਰੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਜ ਦੋਖ ਅਸਾਧ ਮੈਂ ਤਾਂਕੀ ਕੇਤਕ ਆਸ। ਭਗਤ ਰਵਿਦਾਸ ਸਾਹਿਬ ਜੀ ਇੱਥੇ ਉਦਾਹਰਨ ਦੇ ਕੇ ਸਮਝਾਉਂਦੇ ਨੇ। ਕਹਿੰਦੇ ਮਿਰਗ ਨੂੰ, ਮੱਛੀ ਨੂੰ, ਪਤੰਗੇ ਨੂੰ, ਹਾਥੀ ਨੂੰ, ਇਹਨਾਂ ਦੇ ਵਿੱਚ ਇੱਕ ਇੱਕ ਵਿਸ਼ਾ, ਇਹਨਾਂ ਨੂੰ ਇੱਕ ਇੱਕ ਰੋਗ ਮੌਤ ਦੇ ਵੱਲ ਲੈ ਜਾਂਦਾ ਹੈ। ਤੇ ਮਨੁੱਖ ਨੂੰ ਤਾਂ ਪੰਜ ਲੱਗੇ ਹੋਏ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਜਿਹੜਾ ਇੱਕ ਰੋਗ ਦੇ ਕਾਰਨ ਮੌਤ ਦੇ ਵੱਲ ਚਲਿਆ ਜਾਂਦਾ ਹੈ,
ਤੇ ਜਿਹਦੇ ਕੋਲੇ 5 ਰੋਗ ਲੱਗੇ ਹੋਣ, ਜਿਹਦੇ ਕੋਲ 5 ਹੋਣ ਬੇਕਾਰ, ਭਲਾ ਉਹਦੇ ਬਚਨ ਦੀ ਆਸ ਕਿੰਨੀ ਕੁ ਹੋ ਸਕਦੀ ਹੈ। ਜਿਸ ਆਦਮੀ ਦੇ ਵਿੱਚ 5 ਦੋਸ਼ ਅਸਹਿ ਨੇ, ਉਹਦੀ ਕਿੰਨਾ ਕੁ ਚਿਰ ਜਿਉਣ ਦੀ ਆਸ ਹੈ, ਭਾਵ ਉਹ ਮਨੁੱਖ ਛੇਤੀ ਹੀ ਮਰ ਜਾਏਗਾ। ਭਗਤ ਜੀ ਕਹਿੰਦੇ, ਹੇ ਵਾਹਿਗੁਰੂ, ਸਭ ਸੰਸਾਰ ਨੇ ਅਵਿਦਿਆ ਦੇ ਵਿੱਚ ਪ੍ਰੇਮ ਕੀਤਾ ਹੈ। ਸਾਰੇ ਹੀ ਸੰਸਾਰ ਨੇ ਅਵਿਦਿਆ ਦੇ ਵਿੱਚ ਪ੍ਰੇਮ ਕੀਤਾ ਹੈ, ਜਿਸ ਕਰਕੇ ਗਿਆਨ ਰੂਪ ਦੀਵਾ ਮੈਲਾ ਹੋ ਰਿਹਾ ਹੈ। ਟੇਢੀਆਂ ਜੂਨਾਂ ਸੱਪ ਆਦਿਕ ਅਗਿਆਤ ਪ੍ਰਗਟ ਹੋਈਆਂ ਨੇ ਤੇ ਉਹਨਾਂ ਨੂੰ ਪਾਪ ਦੀ ਸੋਚ ਨਹੀਂ ਰਹੀ। ਇਹ ਮਨੁੱਖਾ ਅਵਤਾਰ ਦੁਰਲਭ ਹੈ, ਪਰ ਕਾਮਤਕਾ ਨੀਚਾਂ ਦੀ ਸੰਗਤ ਕਰਕੇ ਤਿੰਨਾਂ ਦੇ ਨਾਲ ਇਹ ਰਲ ਰਿਹਾ ਹੈ। ਅਜਿਹੀ ਉੱਤਮ ਸਰੀਰ ਦੇ ਵਿੱਚ ਕਾਮਾਦਿਕਾਂ ਦੀ ਸੰਗਤ ਹੋ ਰਹੀ ਹੈ। ਭਗਤ ਰਵਿਦਾਸ ਜੀ ਕਹਿੰਦੇ, ਕਰਮਾਂ ਦੇ ਵਸ ਹੋ ਕੇ ਜਿਸ ਜਿਸ ਜਗ੍ਹਾ ਤਾਂਹੀ ਇਹ ਛੋਟੇ ਵੱਡੇ ਜੀਵ ਜਾਂਦੇ ਨੇ, ਉਥੇ ਉਥੇ ਉਹਨਾਂ ਨੂੰ ਕਾਲ ਦੀ ਫਾਹੀ ਜਿਹੜੀ ਨਾ ਕੱਟੀ ਜਾਵੇ ਉਹ ਪੈਂਦੀ ਹੈ। ਤਿਸ ਅੱਗੇ ਸਭ ਉਪਾਅ ਨਹੀਂ ਚੱਲਦਾ। ਤੇ ਭਗਤ ਰਵਿਦਾਸ ਉਦਾਸ ਹੋ ਕੇ ਭਰਮ ਨੂੰ ਤਜ ਕੇ ਹੱਸੇ ਤਪਾਂ ਦੇ ਵਿੱਚੋਂ ਤਪਾ ਗੁਰਾਂ ਦਾ ਗਿਆਨ ਹੀ ਸਮਝਦਾ ਹੈ। ਹੇ ਭਗਤ ਜਨਾਂ ਦਾ ਡਰ ਦੂਰ ਕਰਨ ਵਾਲੇ, ਭਗਤ ਰਵਿਦਾਸ ਜੀ ਕਹਿੰਦੇ, ਮੈਨੂੰ ਓੜ ਕੇ ਦੇ ਹਰ ਵੇਲੇ ਪਰਮ ਆਨੰਦ ਵਾਹਿਗੁਰੂ ਦੀ ਪ੍ਰਾਪਤੀ ਹੋਵੇ। ਤੇ ਸਤਿਸੰਗ ਜੀ ਕਹਿੰਦੇ, ਇੱਕ ਪੁਰਸ਼ ਸੀ, ਕਿਸੇ ਕਾਰਨ ਉਸ ਨੂੰ ਬੈਰਾਗ ਹੋ ਗਿਆ। ਇੱਕ ਪੁਰਸ਼ ਸੀ ਤੇ ਕਿਸੇ ਕਾਰਨ ਉਹਨੂੰ ਬੈਰਾਗ ਪੈਦਾ ਹੋ ਗਿਆ ਤੇ ਘਰੋਂ ਨਿਕਲ ਕੇ ਨਾ ਬਾਹਰ ਜੰਗਲਾਂ ਦੇ ਵਿੱਚ ਚਲਿਆ ਗਿਆ। ਉਹਨਾਂ ਜੰਗਲਾਂ ਦੇ ਵਿੱਚ ਕਹਿੰਦੇ ਉਹਨਾਂ ਨੂੰ ਕੋਈ ਪੂਰਨ ਮਹਾਤਮਾ ਮਿਲ ਗਏ। ਪੂਰਨ ਮਹਾਤਮਾ ਮਿਲ ਗਏ। ਜੰਗਲ ਦੇ ਵਿੱਚ ਹੀ ਉਹਨਾਂ ਦੀ ਸੇਵਾ ਦੇ ਵਿੱਚ ਉਹ ਮਨੁੱਖ ਜੁੜ ਗਿਆ। ਜੰਗਲ ਦੇ ਵਿੱਚ ਮਹਾਤਮਾ ਮਿਲੇ ਤੇ ਉਹਨਾਂ ਦਾ ਸੰਗ ਹੋਇਆ ਤੇ ਉਸੇ ਵੇਲੇ ਹੀ ਉਹਨਾਂ ਦੀ ਸੇਵਾ ਦੇ ਵਿੱਚ ਉਹ ਪੁਰਸ਼ ਜੁੜ ਗਿਆ। ਸੇਵਾ ਕਰਕੇ ਉਹਨਾਂ ਨੂੰ ਪ੍ਰਸੰਨ ਕਰ ਲਿਆ, ਉਹਨਾਂ ਮਹਾਤਮਾ ਨੂੰ, ਉਸ ਪੁਰਸ਼ ਨੇ ਜਿਹੜਾ ਘਰੋਂ ਬੈਰਾਗ ਦੇ ਕਾਰਨ ਗਿਆ ਸੀ। ਉਹਨਾਂ ਮਹਾਤਮਾ ਨੂੰ ਖੁਸ਼ ਕਰ ਲਿਆ ਸੇਵਾ ਕਰਕੇ। ਸੰਤਾਂ ਦਾ ਉਪਦੇਸ਼ ਦੇ ਕੇ ਉਹਨਾਂ ਸੰਤਾਂ ਨੇ ਉਹਨੂੰ ਉਪਦੇਸ਼ ਦੇ ਕੇ ਨਾ ਆਪਣਾ ਚੇਲਾ ਬਣਾ ਲਿਆ। ਸਾਧ ਸੰਗਤ ਜੀ, ਜਦੋਂ ਚੇਲਾ ਬਣਾ ਲਿਆ, ਸੰਤਾਂ ਨੂੰ ਭਜਨ ਕਰਦਿਆਂ ਵੇਖ ਕੇ ਇਹ ਪੁਰਸ਼ ਵੀ ਸਾਧ ਸੰਗਤ ਜੀ ਪਰਮਾਤਮਾ ਦੀ ਬੰਦਗੀ ਦੇ ਵਿੱਚ ਸਿਮਰਨ ਦੇ ਵਿੱਚ ਜੁੜ ਗਿਆ। ਹੁਣ ਸੰਤ ਮਹਾਤਮਾ ਸਿਮਰਨ ਕਰਦੇ ਨੇ, ਉਹਨਾਂ ਦੀ ਸੰਗਤ ਵਿੱਚ ਰਹਿੰਦਾ ਹੈ, ਉਹਨਾਂ ਨੂੰ ਵੇਖਦਾ ਹੈ ਤੇ ਇਹ ਪੁਰਸ਼ ਵੀ ਪਰਮਾਤਮਾ ਦੀ ਬੰਦਗੀ ਵਿੱਚ ਜੁੜ ਗਿਆ ਤੇ ਨਾਲੇ ਸੰਤਾਂ ਦੇ ਸ਼ੀਤਲ ਪ੍ਰਸਾਦ ਲਿਆ ਤੇ ਇਸ ਦੇ ਅੰਦਰ ਵੀ ਸ਼ਕਤੀ ਪ੍ਰਾਪਤ ਹੋ ਗਈ ਉਸ ਪੁਰਸ਼ ਦੇ ਅੰਦਰ। ਇੱਕ ਦਿਨ ਨਾ ਸਾਧ ਸੰਗਤ ਜੀ ਉਹ ਮਹਾਂਪੁਰਸ਼ ਕਿਧਰੇ ਜਾਣ ਲੱਗਿਆ, ਇਸ ਆਪਣੇ ਚੇਲੇ ਨੂੰ ਕਿਹਾ ਕਿ ਸਾਡੇ ਪਿੱਛੋਂ ਚੁੱਪ ਰਹੀ, ਐਵੇਂ ਕਿਸੇ ਨੂੰ ਵਰਜਾ ਸਰਾਪ ਨਾ ਦੇ ਦੀ।
ਅਸੀਂ ਬਾਹਰ ਚੱਲੇ ਆ, ਤੂੰ ਇੱਥੇ ਰਹੀਂ ਤੇ ਬਸ ਚੁੱਪ ਰਹੀਂ, ਕਿਸੇ ਨੂੰ ਸਰਾਪ ਵੀ ਨਾ ਦੇ ਦੀ ਤੇ ਕਿਸੇ ਨੂੰ ਵਰ ਵੀ ਨਾ ਦੇ ਦੀ। ਉਹ ਸੰਤ ਮਹਾਤਮਾ ਸਾਧ ਸੰਗੀ ਚਲੇ ਗਏ। ਇਹ ਗੱਲ ਆ ਕੇ ਨਾ ਉਹ ਮਹਾਂਪੁਰਸ਼ ਚਲੇ ਗਏ। ਜਦੋਂ ਮਹਾਂਪੁਰਸ਼ ਚਲੇ ਗਏ, ਉਹਨਾਂ ਦੇ ਚਲੇ ਜਾਣ ਦੇ ਪਿੱਛੋਂ ਇੱਕ ਰਾਜਾ ਜੰਗਲ ਦੇ ਵਿੱਚ ਸ਼ਿਕਾਰ ਖੇਡਦਾ ਹੋਇਆ ਕੁਟੀਆ ਨੂੰ ਵੇਖ ਕੇ ਉੱਥੇ ਆ ਪਹੁੰਚੇ। ਐਸਾ ਸਮਝਿਓ ਰਾਜਾ, ਉਹਨੇ ਵੇਖਿਆ ਕਿ ਕੋਈ ਸਾਧੂ ਮਹਾਤਮਾ ਸਾਹਮਣੇ ਬੈਠੇ ਨੇ ਕੁਟੀਆ ਦੇ ਵਿੱਚ। ਉਹ ਰਾਜਾ ਉਸ ਚੇਲੇ ਦੇ ਪਾਸ ਗਿਆ, ਚੇਲੇ ਦੇ ਚਰਨਾਂ ਪਰ ਮੱਥਾ ਟੇਕ ਕੇ ਬੈਠ ਗਿਆ ਰਾਜਾ, ਤੇ ਦੋਵੇਂ ਹੱਥ ਜੋੜ ਕੇ ਨਾ ਰਾਜੇ ਨੇ ਬੇਨਤੀ ਕੀਤੀ ਕਿ ਮਹਾਰਾਜ, ਆਪ ਬੜੇ ਦਿਆਲੂ ਹੋ, ਮੈਂ ਆਪ ਹੀ ਦੀ ਸ਼ਰਨ ਵਿੱਚ ਆਇਆ ਤੇ ਮੇਰੇ ਘਰ ਸੰਤਾਨ ਨਹੀਂ, ਨਾ ਪੁੱਤਰ ਹੈ ਨਾ ਧੀ ਹੈ, ਤੇ ਕਿਰਪਾ ਕਰਕੇ ਨਾ ਮੈਨੂੰ ਮਿੱਠੀ ਦਾਤ ਬਖਸ਼ੋ। ਰਾਜਾ ਕਹਿਣ ਲੱਗਿਆ। ਇਹ ਚੇਲੇ ਨੇ ਖੁਸ਼ ਹੋ ਕੇ ਨਾ ਸਾਧ ਸੰਗੀ ਉਸ ਰਾਜੇ ਨੂੰ ਕਹਿ ਦਿੱਤਾ ਕਿ ਰਾਜਨ, ਫਿਕਰ ਨਾ ਕਰ, ਤੇਰੇ ਘਰ ਸੰਤਾਨ ਹੋ ਜਾਵੇਗੀ। ਰਾਜਾ ਵਰ ਪ੍ਰਾਪਤ ਕਰਕੇ ਖੁਸ਼ ਹੋ ਕੇ ਸਾਧ ਸੰਗੀ ਚਲਿਆ ਗਿਆ। ਪਿੱਛੋਂ ਮਹਾਂਪੁਰਖ ਆਪ ਆ ਗਏ ਤੇ ਚੇਲੇ ਨੇ ਉੱਠ ਕੇ ਨਮਸਕਾਰ ਕੀਤੀ ਤੇ ਕਿਹਾ, ਗੁਰੂ ਜੀ, ਤੁਹਾਡੇ ਪਿੱਛੋਂ ਇੱਕ ਰਾਜਾ ਆਇਆ ਸੀ, ਉਸਨੇ ਬਹੁਤ ਬੇਨਤੀਆਂ ਕੀਤੀਆਂ ਤੇ ਮੈਂ ਉਸਨੂੰ ਪੁੱਤਰ ਹੋਣ ਦਾ ਵਰ ਦੇ ਦਿੱਤਾ। ਉਸ ਗੁਰੂ ਨੇ ਕਿਹਾ ਕਿ ਮੈਂ ਜੋ ਤੈਨੂੰ ਕਹਿ ਗਿਆ ਸੀ ਵੀ ਭਾਈ ਤੂੰ ਚੁੱਪ ਰਹੀਂ, ਕਿਸੇ ਨੂੰ ਵਰ ਜਾਂ ਸਰਾਪ ਨਾ ਦੇਈਂ, ਉਸਦੇ ਕਰਮਾਂ ਵਿੱਚ ਕੋਈ ਪੁੱਤਰ ਨਹੀਂ ਸੀ, ਤੂੰ ਆਪ ਜੀ ਨੇ ਉਹਨੂੰ ਪੁੱਤਰ ਹੋਣ ਦਾ ਵਰ ਦੇ ਦਿੱਤਾ ਤੇ ਹੁਣ ਤੂੰ ਆਪ ਹੀ ਉਹਦੇ ਘਰ ਜਾ ਕੇ ਪੁੱਤਰ ਬਣ। ਆਪਣੇ ਚੇਲੇ ਨੂੰ ਕਹਿ ਲੈ ਗਿਆ। ਤੇ ਸਾਧ ਸੰਗੀ ਆਪਣੇ ਗੁਰੂ ਜੀ ਦੇ ਕਹਿਣ ਅਨੁਸਾਰ ਚੇਲਾ ਆਪਣੀ ਸ਼ਕਤੀ ਦੇ ਨਾਲ ਆਪਣਾ ਸਰੀਰ ਨੂੰ ਛੱਡ ਕੇ ਨਾ ਰਾਜ ਦੇ ਘਰ ਉਸਦਾ ਪੁੱਤਰ ਬਣ ਕੇ ਪੈਦਾ ਹੋ ਗਿਆ। ਆਪਣਾ ਸਰੀਰ ਛੱਡ ਦਿੱਤਾ ਉਹ, ਪਰ ਬੋਲਿਆ ਨਾ ਸਾਧ ਸੰਗੀ। ਜਦੋਂ ਪੈਦਾ ਹੋ ਗਿਆ ਘਰ ਜਾ ਕੇ ਬਸ ਬੋਲਿਆ ਨਾ ਕਰੇ, ਚੁੱਪ ਰਿਹਾ ਕਰੇ। 18 ਸਾਲ ਉਸਦੇ ਇਸ ਤਰ੍ਹਾਂ ਹੀ ਬਿਨਾਂ ਬੋਲੇ ਤੋਂ ਬਤੀਤ ਹੋ ਗਏ। ਨੌਜਵਾਨ ਹੋ ਗਿਆ ਤੇ ਬੋਲਿਆ ਹੀ ਨਾ ਕਰੇ, ਸਾਧ ਸੰਗੀ ਚੁੱਪ ਰਿਹਾ ਕਰੇ ਬੱਚਾ। ਉਸ ਰਾਜੇ ਨੇ ਬੜੇ ਇਲਾਜ ਕਰਵਾਏ ਆਪਣੇ ਬੱਚੇ ਦੇ, ਪਰ ਕਿਸੇ ਤਰ੍ਹਾਂ ਵੀ ਉਹ ਬੱਚਾ ਬੋਲਣ ਨਾ ਲੱਗਿਆ। ਸਾਧ ਸੰਗੀ ਰਾਜੇ ਨੇ ਕਈ ਸੁਖਣਾ ਮਨਾਈਆਂ ਕਿ ਲੜਕਾ ਕਿਸੇ ਨਾ ਕਿਸੇ ਤਰ੍ਹਾਂ ਬੋਲ ਪਵੇ, ਤੇ ਸਾਰੇ ਯਤਨ ਫੇਲ ਹੋ ਗਏ ਰਾਜੇ ਦੇ। ਸਾਧ ਸੰਗਤ ਇੱਕ ਦਿਨ ਰਾਜਾ ਨਾ ਸ਼ਿਕਾਰ ਖੇਡਣ ਜਾਣ ਲੱਗਿਆ ਤੇ ਰਾਜਾ ਆਪਣੇ ਪੁੱਤਰ ਨੂੰ ਵੀ ਨਾਲ ਲੈ ਗਿਆ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਵਾਸਤੇ। ਜਿਸ ਵੇਲੇ ਉਜਾੜ ਵਿੱਚ ਜਾ ਕੇ ਖੜੋਤੇ ਤਾਂ ਕਹਿੰਦੇ ਉਹਨਾਂ ਦੇ ਸਾਹਮਣੇ ਨਾ ਇੱਕ ਖਰਗੋਸ਼ ਨਿਕਲਿਆ। ਸਾਧ ਸੰਗੀ ਉਹ ਖਰਗੋਸ਼ ਜਦੋਂ ਨਿਕਲਿਆ ਉਹ ਦੌੜ ਕੇ ਸ਼ਿਕਾਰੀ ਕੁੱਤਿਆਂ ਤੋਂ ਬਚ ਕੇ ਆਪਣੇ ਘੁਰਨੇ ਦੇ ਵਿੱਚ ਜਾ ਵੜਿਆ ਖਰਗੋਸ਼, ਤੇ ਘੁਰਨੇ ਵਿੱਚ ਵੜ ਕੇ ਵੀ ਚੁੱਪ ਨਾ ਰਿਹਾ। ਜਿਹੜੇ ਆਪਣੇ ਨਾਲ ਦੇ ਹੋਰ ਖਰਗੋਸ਼ ਸੀ ਉਹਨਾਂ ਨੂੰ ਆਪਣੀ ਬੋਲੀ ਵਿੱਚ ਕਹਿਣ ਲੱਗ ਪਿਆ ਕਿ ਬਾਹਰ ਸ਼ਿਕਾਰੀ ਕੁੱਤਿਆਂ ਸਮੇਤ ਖੜਾ ਹੈ
ਮੈਂ ਆਪਣੀ ਚਲਾਕੀ ਦੇ ਨਾਲ, ਫੁਰਤੀ ਦੇ ਨਾਲ ਇਹਨਾਂ ਤੋਂ ਬਚ ਕੇ ਆਪਣੇ ਘੁਰਨੇ ਵਿੱਚ ਆ ਵੜਿਆ। ਜਿਹੜਾ ਸ਼ਿਕਾਰੀ ਉੱਥੇ ਖੜੋਤਾ ਸੀ ਤੇ ਸਾਧ ਸੰਗਿਓ ਪਸ਼ੂਆਂ ਦੀ ਨਾ ਬੋਲੀ ਨੂੰ ਪਛਾਣਦਾ ਸੀ ਤੇ ਖਰਗੋਸ਼ ਦੀ ਗੱਲ ਸੁਣ ਕੇ ਨਾ ਉਹਨੂੰ ਬੜਾ ਗੁੱਸਾ ਆਇਆ। ਉਸ ਸ਼ਿਕਾਰੀ ਨੇ ਉਸ ਦਾ ਘੁਰਨਾ ਪੁੱਟ ਕੇ ਖਰਗੋਸ਼ ਨੂੰ ਬਾਹਰ ਕੱਢ ਕੇ ਮਾਰ ਲਿਆ। ਸਾਧ ਸੰਗਤ ਜੀ, ਖਰਗੋਸ਼ ਮਾਰਦਾ ਉਹ। ਇਸ ਗੱਲ ਨੂੰ ਵੇਖ ਕੇ ਰਾਜਪੁੱਤਰ ਬੜਾ ਹੱਸਿਆ। ਕਿਹੜਾ ਹੱਸਦਾ ਨਹੀਂ ਸੀ, ਬੋਲਦਾ ਨਹੀਂ ਸੀ, 18 ਸਾਲ ਦੀ ਉਮਰ ਹੋ ਗਈ ਸੀ। ਇਹ ਸਾਰੇ ਕੌਤਕ ਨੂੰ ਵੇਖ ਕੇ ਉਹ ਬੜਾ ਹੱਸਿਆ। ਇਸ ਦੇ ਹੱਸਣ ਤੋਂ ਰਾਜੇ ਨੇ ਬੜੀ ਖੁਸ਼ੀ ਮਨਾਈ ਵੀ ਮੇਰਾ ਪੁੱਤਰ ਅੱਜ 18 ਸਾਲ ਤੋਂ ਹੱਸਿਆ, 18 ਸਾਲ ਤੋਂ ਬੋਲਿਆ। ਤੇ ਰਾਜੇ ਨੇ ਆਪਣੇ ਪੁੱਤਰ ਨੂੰ ਪੁੱਛਿਆ ਕਿ ਹੀ ਪੁੱਤਰ, ਇਹ ਤੇਰੇ ਹੱਸਣ ਦਾ ਕੀ ਕਾਰਨ ਹੈ? ਮੈਂ ਤੇਰੇ ਬੜੇ ਇਲਾਜ ਕੀਤੇ ਨੇ ਤਾਂ ਵੀ ਤੂੰ ਹੱਸਿਆ, ਬੋਲਿਆ ਨਹੀਂ, ਤੇ ਅੱਜ ਤੂੰ ਸੁਭਾਵ ਕੀ ਹੱਸ ਪਿਆ? ਉਸ ਪੁੱਤਰ ਨੇ ਆਪਣੇ ਪਿਤਾ ਰਾਜੇ ਨੂੰ ਸਾਰੀ ਆਪਣੀ ਕਹਾਣੀ ਸੁਣਾਈ ਕਿ ਪਿਤਾ ਜੀ, ਮੇਰੇ ਗੁਰੂ ਨੇ ਮੈਨੂੰ ਚੁੱਪ ਰਹਿਣ ਦੀ ਸਿੱਖਿਆ ਦਿੱਤੀ ਸੀ, ਚੁੱਪ ਰਹਿਣ ਦੀ ਸਿੱਖਿਆ ਦਿੱਤੀ ਸੀ, ਪਰ ਮੈਂ ਚੁੱਪ ਨਾ ਰਿਹਾ ਤੇ ਤੈਨੂੰ ਪੁੱਤਰ ਦੇ ਹੋਣ ਦਾ ਵਰ ਦੇ ਦਿੱਤਾ ਸੀ ਮੈਂ, ਵੀ ਤੇਰੇ ਘਰ ਸੰਤਾਨ ਪੈਦਾ ਹੋਵੇਗੀ, ਜਿਸ ਕਰਕੇ ਮੈਨੂੰ ਮਰ ਕੇ ਆਪ ਹੀ ਦੇ ਘਰ ਪੈਦਾ ਹੋਣਾ ਪਿਆ। ਇਸੇ ਤਰ੍ਹਾਂ ਜੇਕਰ ਇਹ ਖਰਗੋਸ਼ ਚੁੱਪ ਰਹਿੰਦਾ ਤਾਂ ਇਹਨੂੰ ਮਾਰਨਾ ਕੀ ਨਹੀਂ ਸੀ, ਪਰ ਇਹ ਘੁਰਨੇ ਵਿੱਚ ਵੜ ਕੇ ਵੀ ਬੋਲ ਪਿਆ। ਇਸੇ ਤਰ੍ਹਾਂ ਹੀ ਇਹਨੇ ਫਿਰ ਮਰਨਾ ਹੋਇਆ। हे ਰਾਜਨ, ਇਸੇ ਕਰਕੇ ਮੈਂ 18 ਸਾਲ ਤੱਕ ਚੁੱਪ ਰਿਹਾ, ਜੋ ਕਿ ਬੋਲਣ ਕਰਕੇ ਮੈਨੂੰ ਹੋਰ ਜਨਮ ਨਾ ਧਾਰਨ ਕਰਨਾ ਪਵੇ, ਤੇ ਗੁਰੂ ਦੀ ਕਿਰਪਾ ਕਰਕੇ ਮੈਨੂੰ ਜਨਮ ਦੀ ਸਾਰੀ ਖਬਰ ਹੈ, ਪਿਛਲੇ ਜਨਮ ਦੀ ਤੇ ਪਸ਼ੂ ਪੰਛੀਆਂ ਦੀ ਬੋਲੀ ਸਮਝਣ ਦੀ ਵੀ ਮੈਨੂੰ ਗਿਆਤ ਹੈ। ਸਾਧੂ ਦੇ ਕੋਲੋਂ ਇਹ ਕਥਾ ਦਸਤਾਨ ਸੁਣ ਕੇ ਨਾ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਹੱਸ ਪਏ। ਉਸ ਸਮੇਂ ਉਹਨਾਂ ਨੇ ਬਚਨ ਕੀਤਾ ਕਿ ਸੁਖ ਸਾਗਰ ਸੁਰਤਨ ਚਿੰਤਾਮਨ, ਕਾਮ ਧੇਨ ਬਸ ਜਾ ਕੇ, ਚਾਰ ਪਦਾਰਥ 8 ਦਸਤਾਸਤ ਨਵਨਿਤ ਕਰ ਤਲ ਤਾਂਗੇ। ਭਾਵ ਕਿ ਸੁੱਖਾਂ ਦਾ ਸਮੁੰਦਰ ਕਲਪ ਬਿਰਸਾ, ਚਿੰਤਾਮਣੀ ਕਾਮ ਧੇਨ ਗਊ, ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬਚ ਵਿੱਚ ਆਏ। ਚਾਰ ਪਦਾਰਥ 18 ਸਿੱਧੀਆਂ 9 ਨਿਧੀਆਂ, ਜਿਸ ਦੀ ਹਾਥੀ ਤਲੀ ਉੱਤੇ ਨੇ। ਹੇ ਭਾਈ ਜਨੋ, ਉਸ ਹਰ ਥਾਂ ਬਸਣ ਵਾਲੇ, ਸੁੱਕਿਆਂ ਨੂੰ ਹਰੇ ਕਰਨ ਵਾਲੇ ਪਰਮਾਤਮਾ ਦੇ ਨਾਮ ਨੂੰ ਰਸਨਾ ਦੇ ਨਾਲ ਜਪਦੇ ਕਿਉਂ ਨਹੀਂ ਤੁਸੀਂ? ਜਿਹੜਾ ਸੁੱਕਿਆਂ ਨੂੰ ਹਰੇ ਕਰਨ ਵਾਲਾ, ਸਾਰਿਆਂ ਨੂੰ ਜੀਵਨ ਦੇਣ ਵਾਲਾ, ਉਹ ਪਰਮਾਤਮਾ ਦੇ ਨਾਮ ਨੂੰ ਤੁਸੀਂ ਜਪਦੇ ਕਿਉਂ ਨਹੀਂ? ਪਰਮਾਤਮਾ ਦਾ ਨਾਮ ਜਪਣੇ ਯੋਗ ਹੈ। ਤੇ ਸਾਨੂੰ ਇਹ ਮਨੁੱਖਾ ਸਰੀਰ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ ਮਿਲਿਆ, ਸੋ ਇਹਦੇ ਨਾਲ ਪਰਮਾਤਮਾ ਦੀ ਬੰਦਗੀ ਕਰੀਏ, ਇਹ ਲੋਕ ਸੁਖੀਏ ਤੇ ਪਰਲੋਕ ਸੁਹਿਲੇ ਬਣ ਜਾਈਏ। ਸਾਧ ਸੰਗਤ ਜੀ, ਇਸੀ ਵਚਨ ਭਗਤ ਰਵਿਦਾਸ ਸਾਹਿਬ ਜੀ ਦੇ ਇੱਥੇ ਅੱਜ ਆਪਾਂ ਸਮਾਪਤੀ ਕਰ ਦਾਂਗੇ। ਕੱਲ ਤੋਂ ਫੇਰ ਸਤਿਗੁਰਾਂ ਦੀ ਪਵਿੱਤਰ ਬਾਣੀ ਦੇ ਨਾਲ ਜੁੜਾਂਗੇ। ਇੱਥੋਂ ਤੱਕ